जो चलान पेश होया है ना वो उसे चलान की थां पेश होया है जो 2021 9 अप्रैल ਨੂੰ ਮੇਰੇ ਵੱਲੋਂ ਦਾਇਰ ਕੀਤਾ ਹੋਇਆ ਚਲਾਨ ਕੁਐਸ਼ ਹੋ ਗਿਆ ਸੀ 2021 ਦੇ ਵਿੱਚ ਤੇ ਚਲਾਨ ਕਦੋਂ ਪੇਸ਼ ਹੋ ਰਿਹਾ ਹੈ 2023 ਦੇ ਵਿੱਚ ਸੰਗਤ ਦੇ ਸਾਹਮਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਜੋ ਗੱਲ ਮੈਂ ਕਹੀ ਸੀ ਕਿ ਇੱਕ ਫ੍ਰੈਂਡਲੀ ਚਲਾਨ ਦਿੱਤਾ ਜਾਊਗਾ ਸਿਸਟਮ ਤੋਂ ਬਾਹਰ ਆ ਕੇ ਮੈਂ ਉਦੋਂ ਹੀ ਐਲਾਨ ਕੀਤਾ ਤੇ ਚੈਲੰਜ ਵੀ ਕੀਤਾ ਕਿ ਤੁਸੀਂ ਉਸ ਰਿਪੋਰਟ ਦੇ ਵਿੱਚ ਇੱਕ ਲਾਈਨ ਗਲਤ ਦਿਖਾ ਦਿਓ ਅੱਜ ਤੱਕ ਕੋਈ ਨਹੀਂ ਆਇਆ ਕਿ ਹਾਂ ਇਹ ਲਾਈਨ ਗਲਤ ਹੈ ਜੀ ਨਾ ਹੀ ਮਾਨਯੋਗ ਹਾਈ ਕੋਰਟ ਨੇ ਉਹਦੇ ਵਿੱਚ ਇੱਕ ਲਾਈਨ ਦੀ ਗਲਤੀ ਕੱਢੀ ਹੈ 30 ਜਨਵਰੀ ਨੂੰ 2012 ਦੇ ਵਿੱਚ ਇਲੈਕਸ਼ਨ ਸੀਗਾ ਤੇ 25 ਜਨਵਰੀ ਨੂੰ ਮੁਕੱਦਮਾ ਕੈਂਸਲ ਕੀਤਾ ਗਿਆ ਸੀ ਉਦੋਂ ਸਰਕਾਰ ਕਿਸ ਦੀ ਸੀਗੀ ਡਿਪਟੀ ਸੀਐਮ ਕੌਣ ਸੀਗੇ ਹੋਮ ਮਿਨਿਸਟਰ ਕੌਣ ਸੀਗੇ ਚੀਫ ਮਿਨਿਸਟਰ ਕੌਣ ਸੀਗੇ ਤੁਹਾਨੂੰ ਪਤਾ ਹੈ ਉਹ ਰਿਪੋਰਟ ਨਹੀਂ ਕੁਐਸ਼ ਹੋਇਆ ਹੈ ਬਾਬਲ ਕਲਾਂ ਦੇ ਵਿੱਚ ਵੀ ਅਸੀਂ 4 ਚਲਾਨ ਦੇ ਚੁੱਕੇ ਸੀ ਪੰਜਾਬ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਵਕਤ ਸਭ ਤੋਂ ਵੱਡਾ ਮੁੱਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਇਨਸਾਫ ਕੋਟਕਪੂਰਾ ਗੋਲੀकांड ਦਾ ਇਨਸਾਫ ਤੇ ਬਾਬਲ ਕਲਾਂ ਗੋਲੀकांड ਦਾ ਇਨਸਾਫ ਪਿਛਲੇ ਦਿਨੀ SIT ਵੱਲੋਂ ਫਰੀਦਕੋਟ ਅਦਾਲਤ ਦੇ ਵਿੱਚ ਚਲਾਨ ਪੇਸ਼ ਕੀਤਾ ਗਿਆ ਉਹਦੇ ਵਿੱਚ ਵੱਡੇ ਨਾਮ ਸਾਹਮਣੇ ਆਏ ਆ ਸਾਬਕਾ ਮੁੱਖ ਮੰਤਰੀ ਦਾ ਨਾਮ ਸਾਹਮਣੇ ਆਇਆ ਸਾਬਕਾ ਉਪ ਮੁੱਖ ਮੰਤਰੀ ਦਾ ਸਾਹਮਣੇ ਨਾਮ ਆਇਆ DGP ਸਾਬਕਾ ਦਾ ਨਾਮ ਸਾਹਮਣੇ ਆਇਆ ਤੇ ਇਸੇ ਤਰੀਕੇ ਨਾਲ ਹੀ ਹੋਰ ਵੱਡੇ ਪੁਲਿਸ ਅਧਿਕਾਰੀ ਉਹਨਾਂ ਦਾ ਨਾਮ ਹੀ ਸਾਹਮਣੇ ਆਇਆ ਕੋਟਕਪੂਰਾ ਗੋਲੀकांड ਦੀ ਇੱਕ ਰਿਪੋਰਟ ਜਿਹੜੀ ਆ ਹਾਈ ਕੋਰਟ ਵੱਲੋਂ ਕੁਐਸ਼ ਵੀ ਕਰ ਦਿੱਤੀ ਜਾਂਦੀ ਸੀ ਕੁਬਰ ਵਿਜੇ ਪ੍ਰਤਾਪ ਸਾਡੇ ਨਾਲ ਨੇ ਕੋਟਕਪੂਰਾ ਗੋਲੀकांड ਦੇ ਵਿੱਚ SIT ਨੇ ਦੁਬਾਰਾ ਜਿਹੜਾ ਵਾ ਚਲਾਨ ਪੇਸ਼ ਕੀਤਾ ਇੱਕ ਰਿਪੋਰਟ ਤੁਹਾਡੀ ਵੀ ਸੀ ਜਿਹੜੀ ਕੁਐਸ਼ ਹੋਈ ਇਸ ਚਲਾਨ ਨੂੰ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ ਦੇਖੋ ਜੋ ਚਲਾਨ ਪੇਸ਼ ਹੋਇਆ ਹੈ ਨਾ ਉਹ ਉਸੇ ਚਲਾਨ ਦੀ ਥਾਂ ਪੇਸ਼ ਹੋਇਆ ਹੈ ਜੋ 2021 9 ਅਪ੍ਰੈਲ ਨੂੰ ਮੇਰੇ ਵੱਲੋਂ ਦਾਇਰ ਕੀਤਾ ਹੋਇਆ ਚਲਾਨ ਕੁਐਸ਼ ਹੋ ਗਿਆ ਸੀ ਮੇਰੇ ਵੱਲੋਂ ਵੀ 4 ਚਲਾਨ ਪੇਸ਼ ਹੋਏ ਸੀਗੇ ਔਰ ਇੱਕ ਕੋਟਕਪੂਰਾ ਕੇਸ ਦੀ ਮੈਂ ਗੱਲ ਕਰ ਰਿਹਾ वो चलान जो खारिज हो गया क्वैश हो गया फिर सरकार ने एक नवी SIT बनाई सी तो नवी SIT ने तुसी देखो मई महीने दे विच SIT बनाई गई सी 2021 दे विच ते चलान कदों पेश हो रहा है 2023 दे विच वो क्यों पेश हो रहा है जी SIT ने कुछ करना नहीं सी SIT ने जो कुछ करना भी सी ये उदों ही करना सी लेकिन विच देखो कैप्टन साहब दा विकेट गिर गया ਪਤਾ ਹੈ ਤੁਹਾਨੂੰ ਜਦੋਂ ਮੈਂ ਰਿਜ਼ਾਈਨ ਕੀਤਾ ਸੀ 9 ਅਪ੍ਰੈਲ 2021 ਨੂੰ ਤੇ 18 ਸਤੰਬਰ ਨੂੰ ਉਹਨਾਂ ਨੂੰ ਵੀ ਰਿਜ਼ਾਈਨ ਕਰਨਾ ਪਿਆ ਸੀ ਉਹਨਾਂ ਦੇ ਰਿਜ਼ਿਗਨੇਸ਼ਨ ਦਾ ਕਾਰਨ ਮੇਰਾ ਰਿਜ਼ਿਗਨੇਸ਼ਨ ਕਹ ਲਓ ਜਾਂ ਰਿਪੋਰਟ ਦੀ ਕੁਐਸ਼ਿੰਗ ਕਰ ਲਓ ਕਿਉਂਕਿ ਸਾਰਾ ਘਟਨਾਕ੍ਰਮ ਦੇਖੋਗੇ ਉਸ ਤੋਂ ਪਹਿਲਾਂ ਜਾਖੜ ਸਾਹਿਬ ਨੂੰ ਇਸਤੀਫਾ ਦੇਣਾ ਪਿਆ ਉਸ ਤੋਂ ਪਹਿਲਾਂ ਇੱਕ ਬਹੁਤ ਵੱਡਾ ਚੋਣ ਰਣਨੀਤੀਕਾਰ ਕੈਪਟਨ ਸਾਹਿਬ ਦਾ ਐਡਵਾਈਜ਼ਰ ਬਣ ਕੇ ਆਇਆ ਸੀ ਉਹਨੂੰ ਵੀ ਇਸਤੀਫਾ ਦੇਣਾ ਪਿਆ ਉਹਦਾ ਵੀ ਤੁਸੀਂ ਦੇਖੋ ਇਸਤੀਫਾ ਦੇ ਕੇ ਗਿਆ ਹੈ ਔਰ ਜੋ ਹੁਣ ਚਲਾਨ ਦੀ ਤੁਸੀਂ ਗੱਲ ਕੀਤੀ ਇਹ ਮੈਂ ਉਦੋਂ ਹੀ ਕਹਿ ਦਿੱਤਾ ਸੀ ਔਰ ਖਾਸ ਕਰਕੇ 14 ਅਕਤੂਬਰ ਨੂੰ ਬਾਬਲ ਕਲਾਂ ਦੇ ਵਿੱਚ ਜੋ ਪੀਪਲਸ ਪਾਰਲੀਮੈਂਟ ਕਹ ਲਓ ਸੰਗਤ ਦੇ ਸਾਹਮਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਜੋ ਗੱਲ ਮੈਂ ਕਹੀ ਸੀ ਕਿ ਇੱਕ ਫ੍ਰੈਂਡਲੀ ਚਲਾਨ ਦਿੱਤਾ ਜਾਊਗਾ ਕਾਰਨ ਕਿ ਉਦੋਂ ਹੀ ਇੱਕ ਫ੍ਰੈਂਡਲੀ ਚਲਾਨ ਦੀ ਗੱਲ ਚੱਲ ਰਹੀ ਸੀਗੀ ਲੇਕਿਨ ਕੈਪਟਨ ਸਾਹਿਬ ਹੀ ਇਸਤੀਫਾ ਦੇ ਗਏ ਇਸ ਕਰਕੇ ਉਦੋਂ ਫ੍ਰੈਂਡਲੀ ਚਲਾਨ ਨਹੀਂ ਦਿੱਤਾ ਗਿਆ ਸੀ ਉਹ ਫ੍ਰੈਂਡਲੀ ਚਲਾਨ ਹੁਣ ਦਿੱਤਾ ਗਿਆ ਹੈ 2021 ਦੀ SIT ਹੈ 2023 ਦੇ ਵਿੱਚ ਜਾ ਕਰਕੇ ਇਹ ਚਲਾਨ ਦੇ ਰਹੇ ਨੇ ਇਹਦੇ ਵਿੱਚ ਹੋਣਾ ਕੀ ਹੈ ਮੈਂ ਜੋ ਬਹਬਲ ਕਲਾਂ ਦੇ ਵਿੱਚ ਕਿਹਾ ਸੀ ਕਿ 2-4 ਡੇਟਾ 'ਤੇ ਇਹ ਜਾਣਗੇ ਉਸ ਤੋਂ ਬਾਅਦ ਜਾਂ ਤਾਂ ਇਹਨਾਂ ਨੂੰ ਬਰੀ ਕਰਾਇਆ ਜਾਊਗਾ ਜਾਂ ਡਿਸਚਾਰਜ ਕਰਾਇਆ ਜਾਊਗਾ ਇਹ ਸਿਰਫ ਇਹ ਸੀਗਾ ਕਿ ਇੱਕ ਮੋਰਚਾ ਲੱਗਿਆ ਹੋਇਆ ਹੈ ਉਸ ਮੋਰਚੇ ਦੇ ਦਬਾਅ ਹੇਠ ਆ ਕੇ ਜਾਂ ਦੇਖੋ ਮੈਂ ਪੰਜਾਬ ਅਸੈਂਬਲੀ ਦੇ ਵਿੱਚ ਕਾਫੀ ਮਤਲਬ ਜ਼ੋਰਦਾਰ ਤਰੀਕੇ ਦੇ ਨਾਲ ਜੋ ਗੱਲ ਰੱਖੀ ਸੀ ਉਸ ਨੂੰ ਡਿਫਿਊਜ਼ ਕਰਨ ਵਾਸਤੇ SIT ਨੇ ਇਹ ਕਰ ਦਿੱਤਾ ਜੀ ਰਹੀ ਗੱਲ ਮੈਂ ਆਪਣੀ ਸਰਕਾਰ ਨੂੰ ਖਾਸ ਕਰ ਮੁੱਖ ਮੰਤਰੀ ਸਾਹਿਬ ਨੂੰ ਅਤੇ ਜੋ ਸੀਨੀਅਰ ਲੀਡਰ ਨੇ ਪਾਰਟੀ ਦੇ ਉਹਨਾਂ ਨੂੰ ਔਰ ਕੱਲ੍ਹ ਵੀ ਵਿਧਾਨ ਸਭਾ ਦੇ ਵਿੱਚ ਮੈਂ ਕਲੀਅਰ ਕਰ ਦਿੱਤਾ ਕਿ ਜੋ ਇਹ SIT ਦੀ ਰਿਪੋਰਟ ਹੈ ਇਹ ਸਿਰਫ ਆਈਵਾਸ ਹੈ ਅਤੇ ਜੇਕਰ ਪੰਜਾਬ ਨੂੰ ਅਤੇ ਪੰਜਾਬ ਦੇ ਆਵਾਮ ਨੂੰ ਇਨਸਾਫ ਦੇਣਾ ਹੈ ਤਾਂ ਸਾਨੂੰ ਇੱਕ ਵੱਖਰਾ ਤਰੀਕਾ ਅਪਣਾਉਣਾ ਪਵੇਗਾ ਇਸ SIT 'ਤੇ ਡਿਪੈਂਡ ਨਹੀਂ ਰਹਿਣਾ ਪਵੇਗਾ ਕਾਰਨ ਕਿ ਅਸੀਂ ਦੁਬਾਰਾ ਜਾਣਾ ਹੈ
ਕਿੱਥੇ ਜਾਣਾ ਹੈ ਜੀ? ਜਨਤਾ ਦੇ ਸਾਹਮਣੇ ਜਾਣਾ ਹੈ, ਜਨਤਾ ਦੀ ਕਚਹਿਰੀ ਦੇ ਵਿੱਚ ਜਾਣਾ ਹੈ 2027 ਦੇ ਵਿੱਚ ਜੋ ਇਲੈਕਸ਼ਨ ਹੋਣਾ ਹੈ। ਕਿਉਂਕਿ ਇਸ SIT ਤੇ ਤੁਸੀਂ ਡਿਪੈਂਡ ਰਹੋਗੇ ਔਰ ਇਨਸਾਫ ਨਹੀਂ ਮਿਲਦਾ ਹੈ ਤਾਂ ਫਿਰ ਕੀ ਹੋਣਾ ਹੈ? ਹੋਣਾ ਇਹੀ ਹੈ ਕਿ ਜਨਤਾ ਇਹੀ ਕਹੇਗੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ ਕੁਝ ਨਹੀਂ ਕੀਤਾ। ਹੁਣ ਇਸ ਕਰਕੇ ਦੇਖੋ, ਜੋ ਮੇਰਾ ਸਟੈਂਡ 9 ਅਪ੍ਰੈਲ 2021 ਨੂੰ ਸੀਗਾ, ਜਿਸ ਨੂੰ ਵਿਸਤਾਰਪੂਰਵਕ ਮੈਂ 14 ਅਕਤੂਬਰ 2022 ਨੂੰ ਬਹਬਲ ਕਲਾਂ ਦੇ ਵਿੱਚ ਜੋ ਗੱਲ ਮੈਂ ਕਹੀ ਸੀ, ਮੈਂ ਉਸੇ ਸਟੈਂਡ ਤੇ ਕਾਇਮ ਹਾਂ। ਮੇਰੇ ਸਟੈਂਡ ਦੇ ਵਿੱਚ ਕੋਈ ਤਬਦੀਲੀ ਨਹੀਂ ਹੈ ਇਸ ਮੁੱਦੇ ਦੇ ਉੱਤੇ, ਕਿਉਂਕਿ ਇਹ ਜਿਹੜਾ ਮੁੱਦਾ ਹੈ, ਤੁਸੀਂ ਮੰਨੋ ਜਾਂ ਨਾ ਮੰਨੋ, ਪੰਜਾਬ ਅਤੇ ਇੰਡੀਆ ਦੀ ਰਾਜਨੀਤੀ ਨੂੰ 200 ਸਾਲ ਤੱਕ ਪ੍ਰਭਾਵਿਤ ਕਰੇਗਾ ਇਹ ਮੁੱਦਾ। ਕਾਰਨ ਸ਼ੁਰੂਆਤ ਤੋਂ ਹੀ ਇਸ ਦਾ ਰਾਜਨੀਤੀਕਰਨ ਹੋ ਗਿਆ। ਮੈਂ ਜਦੋਂ ਨੌਕਰੀ ਛੱਡੀ ਸੀ, ਤੁਸੀਂ ਮੇਰਾ ਫੇਸਬੁੱਕ ਪੋਸਟ ਦੇਖ ਸਕਦੇ ਹੋ, ਮੈਂ ਉੱਥੇ ਲਿਖ ਦਿੱਤਾ ਕਿ ਇਸ ਮੁੱਦੇ ਨੂੰ ਪੋਲੀਟੀਸਾਈਜ਼ ਨਾ ਕਰੋ ਅਤੇ ਗਲੈਮਰਾਈਜ਼ ਵੀ ਨਾ ਕਰੋ। ਕਈਆਂ ਨੇ ਇਹਨੂੰ ਪੋਲੀਟੀਸਾਈਜ਼ ਕੀਤਾ, ਕਈਆਂ ਨੇ ਇਸ ਮੁੱਦੇ ਨੂੰ ਗਲੈਮਰਾਈਜ਼ ਕੀਤਾ। ਤੁਹਾਡੀ ਸਰਕਾਰ ਨੇ ਮੈਨੂੰ ਰਾਜਨੀਤਿਕ ਤੌਰ ਤੇ ਲਿਆ ਹੈ, ਕਿਉਂਕਿ ਜਦੋਂ ਤੁਸੀਂ ਰਾਜਨੀਤੀ 'ਚ ਆਏ ਤਾਂ ਬਾਈਬਲ ਕਲਾਂ ਦਾ ਮੁੱਦਾ ਹੀ ਉਭਾਰਿਆ ਗਿਆ ਸੀ। ਮੇਰੀ ਗੱਲ ਸੁਣੋ, ਮੈਂ ਆਪਣੀ ਪਾਰਟੀ ਦੇ ਲੀਡਰਾਂ ਨੂੰ ਵੀ ਕਿਹਾ ਸੀ ਕਿ ਅਸੀਂ ਇਸ ਮੁੱਦੇ ਨੂੰ ਪੋਲੀਟੀਸਾਈਜ਼ ਨਹੀਂ ਕਰਨਾ ਹੈ, ਔਰ ਮੈਂ ਆਪਣੇ ਵੱਲੋਂ ਪੋਲੀਟੀਸਾਈਜ਼ ਨਹੀਂ ਕੀਤਾ। ਮੈਂ ਹਮੇਸ਼ਾ ਇਨਸਾਫ ਦੀ ਗੱਲ ਕੀਤੀ, ਕਾਰਨ ਕਿ ਇਹ ਮੁੱਦਾ ਬਹੁਤ ਹੀ ਪੰਜਾਬ ਵਾਸਤੇ ਇੰਪੋਰਟੈਂਟ ਮੁੱਦਾ ਸੀਗਾ, ਬਹੁਤ ਹੀ ਇੰਪੋਰਟੈਂਟ ਸੰਵੇਦਨਸ਼ੀਲ ਮੁੱਦਾ ਸੀਗਾ। ਸੰਵੇਦਨਸ਼ੀਲ ਇਸ ਕਰਕੇ ਵੀ ਹੋ ਜਾਂਦਾ ਹੈ ਕਿ ਦੇਖੋ, ਜਦੋਂ ਤੁਸੀਂ ਇਨਸਾਫ ਨਹੀਂ ਦਿਓਗੇ ਤਾਂ ਫਿਰ ਲੋਕ ਇਹ ਕਹਿਣਗੇ ਕਿ ਦੇਖੋ ਇਨਸਾਫ ਤਾਂ ਮਿਲਦਾ ਨਹੀਂ ਹੈ। ਅੱਛਾ, ਮੈਨੂੰ ਵੀ ਤਾਂ ਦੁੱਖ ਹੋਇਆ, ਮੈਨੂੰ ਤਾਂ ਬਹੁਤ ਜ਼ਿਆਦਾ ਦੁੱਖ ਹੋਇਆ ਜਦੋਂ ਰਿਪੋਰਟ ਖਾਰਿਜ ਹੋਈ ਸੀਗੀ, ਕਿਉਂਕਿ ਇੱਕ ਦਿਨ ਪਹਿਲਾਂ ਮੈਂ ਜਾ ਕੇ ਕੈਪਟਨ ਸਾਹਿਬ ਨੂੰ ਬੋਲ ਕੇ ਆ ਗਿਆ ਸੀ ਕਿ ਤੁਸੀਂ ਕੱਲ੍ਹ ਤਰੀਖ ਲੈ ਲਓ ਤਾਂ ਮੈਨੂੰ ਪਤਾ ਲੱਗ ਜਾਏਗਾ ਕਿ ਸਰਕਾਰ ਨਹੀਂ ਚਾਹੁੰਦੀ ਕਿ ਹਾਂ ਇਹ ਰਿਪੋਰਟ ਖਾਰਿਜ ਹੋਵੇ। ਅਤੇ ਜੇਕਰ ਮੰਨ ਲਓ ਤੁਹਾਡਾ ਐਡਵੋਕੇਟ ਜਨਰਲ ਬਿਮਾਰ ਹੈ ਅਤੇ ਇੱਕ ਜੂਨੀਅਰ ਐਡਵੋਕੇਟ ਜਾ ਕੇ ਖੜ ਸਕਦਾ ਸੀ ਅਦਾਲਤ ਦੇ ਵਿੱਚ ਅਤੇ ਬੋਲ ਸਕਦਾ ਸੀ ਕਿ ਇਹਦੇ ਉੱਤੇ ਬਹਿਸ ਐਡਵੋਕੇਟ ਜਨਰਲ ਸਾਹਿਬ ਕਰਨਗੇ, ਉਹ ਬਿਮਾਰ ਨੇ ਅਤੇ ਤਰੀਖ ਦਿੱਤੀ ਜਾਵੇ। ਲੇਕਿਨ ਇਹਨਾਂ ਨੇ ਕੁਐਸ਼ ਕਰਵਾਇਆ, ਇਸ ਦੇ ਨਾਲ ਸਾਬਿਤ ਹੋ ਗਿਆ ਕਿ ਇਹ ਚਾਹੁੰਦੇ ਸੀ ਕਿ ਇਹ ਰਿਪੋਰਟ ਕੁਐਸ਼ ਹੋਵੇ, ਤਾਂ ਰਿਪੋਰਟ ਚਲੋ ਕੁਐਸ਼ ਹੋ ਗਿਆ। ਲੇਕਿਨ ਮੈਂ ਕਿਹਾ ਕਿ ਜਿਸ ਸਿਸਟਮ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਗ੍ਰੰਥ ਸਾਹਿਬ ਦੀ ਹੋਈਆਂ ਬੇਅਦਬੀਆਂ 'ਤੇ ਜੋ ਪ੍ਰੋਟੈਸਟ ਹੋਇਆ ਸੀ, ਪ੍ਰੋਟੈਸਟ ਤੋਂ ਬਾਅਦ ਲਾਠੀਚਾਰਜ ਜਾਂ ਬਲ ਪ੍ਰਯੋਗ ਜੋ ਹੋਇਆ ਸੀ, ਫੋਰਸ ਯੂਜ਼ ਕੀਤਾ ਗਿਆ ਸੀ, ਕੋਟਕਪੂਰਾ ਬਹਬਲ ਕਲਾਂ ਦੇ ਵਿੱਚ 2 ਵਿਅਕਤੀਆਂ ਦੀ ਡੈਥ ਹੋਈ ਸੀਗੀ, ਉਹਨਾਂ ਕੇਸਾਂ ਦੇ ਵਿੱਚ ਹੀ ਜੇਕਰ ਇਨਸਾਫ ਨਹੀਂ ਮਿਲਦਾ ਤਾਂ ਉਹ ਸਿਸਟਮ ਦਾ ਹਿੱਸਾ ਨਹੀਂ ਰਹਿਣਾ ਚਾਹੀਦਾ ਹੈ। ਜੇਕਰ ਮੈਂ ਨੌਕਰੀ ਦੇ ਵਿੱਚ ਹੁੰਦਾ ਤਾਂ ਮੈਨੂੰ ਝੂਠਾ ਸਾਬਿਤ ਕਰ ਦਿੰਦੇ ਸਿਸਟਮ ਦੇ ਵਿੱਚ, ਕਿਉਂਕਿ ਇਹਨਾਂ ਦੇ ਕੋਲ ਸਾਰਾ ਕੁਝ ਸੀਗਾ। ਲੇਕਿਨ ਮੈਂ ਸਿਸਟਮ ਤੋਂ ਬਾਹਰ ਆ ਕੇ ਮੈਂ ਉਦੋਂ ਹੀ ਐਲਾਨ ਕੀਤਾ ਅਤੇ ਚੈਲੰਜ ਵੀ ਕੀਤਾ ਕਿ ਤੁਸੀਂ ਉਸ ਰਿਪੋਰਟ ਦੇ ਵਿੱਚ ਇੱਕ ਲਾਈਨ ਗਲਤ ਦਿਖਾ ਦਿਓ। ਅੱਜ ਤੱਕ ਕੋਈ ਨਹੀਂ ਆਇਆ ਕਿ ਹਾਂ ਇਹ ਲਾਈਨ ਗਲਤ ਹੈ ਜੀ, ਨਾ ਹੀ ਮਾਨਯੋਗ ਹਾਈ ਕੋਰਟ ਨੇ ਉਹਦੇ ਵਿੱਚ ਇੱਕ ਲਾਈਨ ਦੀ ਗਲਤੀ ਕੱਢੀ ਹੈ ਜੀ। ਮਾਨਯੋਗ ਹਾਈ ਕੋਰਟ ਨੇ ਰਿਪੋਰਟ ਨਹੀਂ ਪੜ੍ਹੀ ਹੈ ਜੀ, ਕਿਉਂਕਿ ਅੱਜ ਕਿਹਾ ਜਾ ਰਿਹਾ ਨਹੀਂ ਕਿ 7000 ਸਫ਼ਿਆਂ ਦਾ ਹੈ, ਉਹਦੀ ਕਾਊਂਟਿੰਗ ਕਰ ਲਓ ਤੁਸੀਂ, ਉਹ ਤਾਂ ਮਤਲਬ 7000 ਕਈ 7000 ਹੋ ਜਾਣਗੇ ਉਹਦੇ ਵਿੱਚ। DGP ਸੁਮੇਧ ਸੈਣੀ ਤੱਕ ਚਲਾਨ ਹੋ ਗਿਆ ਸੀ, ਪਰਮਰਾਜ ਉਮਰਾ ਨੰਗਲ ਦੀ ਗ੍ਰਿਫਤਾਰੀ ਹੋ ਗਈ ਸੀਗੀ, ਔਰ ਚਰਨਜੀਤ ਸਿੰਘ SSP ਦੀ ਵੀ ਗ੍ਰਿਫਤਾਰੀ ਹੋ ਗਈ ਸੀਗੀ। ਅਸੀਂ ਜਿਸ ਨੂੰ ਮਤਲਬ ਜਿਸ ਦਾ ਚਲਾਨ ਕਰਦੇ ਸੀ ਨਾ, ਗ੍ਰਿਫਤਾਰ ਕਰਕੇ ਕਰਦੇ ਸੀ। ਸੁਮੇਧ ਸਿੰਘ ਸੈਣੀ ਦਾ ਮਤਲਬ ਅਰੈਸਟ ਨਹੀਂ ਹੋਇਆ ਸੀ, ਉਹਨਾਂ ਦੀ ਗ੍ਰਿਫਤਾਰੀ ਨਹੀਂ ਹੋਈ ਸੀ, ਕਿਉਂਕਿ ਉਹਨਾਂ ਦੇ ਕੋਲ ਅਗਾਊਂ ਜ਼ਮਾਨਤ ਜਾਂ ਤੁਸੀਂ ਕਹ ਲਓ ਪ੍ਰੀ ਅਰੈਸਟ ਬੇਲ ਜਾਂ ਇੱਕ ਬਲੈਂਕਟ ਬੇਲ ਸੀਗਾ ਉਹਨਾਂ ਦੇ ਕੋਲ, ਇਸ ਕਰਕੇ ਉਹਨਾਂ ਦੀ ਗ੍ਰਿਫਤਾਰੀ ਨਹੀਂ ਹੋਈ। ਲੇਕਿਨ ਜਦੋਂ ਅਸੀਂ ਚਲਾਨ ਪੇਸ਼ ਕੀਤਾ ਅਤੇ ਉਹਨਾਂ ਦੀ ਜ਼ਮਾਨਤ ਮਾਨਯੋਗ ਸੈਸ਼ਨ ਕੋਰਟ ਫਰੀਦਕੋਟ ਤੋਂ ਜ਼ਮਾਨਤ ਖਾਰਿਜ ਵੀ ਹੋਈ ਸੀ, ਲੇਕਿਨ ਬਾਅਦ ਦੇ ਵਿੱਚ ਮਾਨਯੋਗ ਹਾਈ ਕੋਰਟ ਨੇ ਜ਼ਮਾਨਤ ਉਹਨਾਂ ਨੂੰ ਦੇ ਦਿੱਤੀ ਸੀ। ਵੱਖਰਾ ਕੀ ਸੀ ਇਸ ਰਿਪੋਰਟ ਤੋਂ? ਇਸ ਰਿਪੋਰਟ ਨੂੰ ਨਾ ਤੁਸੀਂ ਪੜ੍ਹੇ ਹੋ ਨਾ ਮੈਂ ਪੜ੍ਹਿਆ, ਜਦੋਂ ਰਿਪੋਰਟ ਆਏਗੀ ਫਿਰ ਦੇਖ ਲਵਾਂਗੇ। ਲੇਕਿਨ ਇਹ ਚੀਜ਼ ਜ਼ਰੂਰ ਹੈ ਕਿ ਇਹ ਰਿਪੋਰਟ ਬਹੁਤ ਹੀ ਕਮਜ਼ੋਰ ਹੈ। ਕਿਉਂ? ਕਿਉਂਕਿ ਜੇਕਰ ਇਹ ਮਤਲਬ ਰਿਪੋਰਟ ਦੇ ਵਿੱਚ ਦਮ ਹੁੰਦਾ, ਰਿਪੋਰਟ ਦੇ ਵਿੱਚ ਜਾਨ ਹੁੰਦੀ ਤਾਂ ਪਹਿਲਾਂ ਗ੍ਰਿਫਤਾਰ ਕਰਨਾ ਸੀ ਜੀ। ਜੇਕਰ ਇਹਨਾਂ ਨੇ ਗ੍ਰਿਫਤਾਰੀ ਨਹੀਂ ਕੀਤੀ, ਇਸ ਦਾ ਮਤਲਬ ਕਿ ਆਧਾ ਅਧੂਰਾ ਇਹ ਚਲਾਨ ਇਹਨਾਂ ਨੇ ਦਿੱਤਾ ਹੋਇਆ ਹੈ, ਜਿਸ ਦੀ ਗੱਲ ਮੈਂ ਪੰਜਾਬ ਅਸੈਂਬਲੀ ਦੇ ਵਿੱਚ ਵੀ ਕੀਤੀ ਸੀ। ਉਧਰ ਬਹਬਲ ਕਲਾਂ 14 ਅਕਤੂਬਰ ਨੂੰ ਵੀ ਮੈਂ ਗੱਲ ਕੀਤੀ ਸੀ। 2007 ਤੋਂ ਸ਼ੁਰੂ ਹੋਈ ਸੀ, ਤਾਂ ਤੁਸੀਂ ਦੇਖ ਲੈਣਾ, ਮੈਂ ਪਹਿਲਾਂ ਹੀ ਬੋਲ ਦੇਣਾ, ਹਿੰਮਤ ਨਹੀਂ ਹੈ ਇਸ ਸੋਸਾਇਟੀ ਨੂੰ ਕਿ 2007 ਤੋਂ ਸ਼ੁਰੂ ਕਰ ਦਿੰਦੇ। ਬਹੁਤ ਮਾਈਂਡ ਦੀ ਮਤਲਬ ਜ਼ਰੂਰਤ ਸੀਗੀ ਅਤੇ ਬਹੁਤ ਮਿਹਨਤ ਦੀ ਜ਼ਰੂਰਤ ਸੀਗੀ ਜੇਕਰ ਤਫਤੀਸ਼ ਕਰਨੀ ਹੈ। ਬੇਅਦਬੀ ਜੋ
ਹੈ ਬੇਅਦਬੀ ਦੇ ਨਾਲ ਜਿੰਨੇ ਵੀ ਘਟਨਾਕ੍ਰਮ ਨੇ ਇਹ 2007 ਤੋਂ ਸ਼ੁਰੂ ਹੋ ਰਹੇ ਨੇ ਤਾਂ ਸਾਡੀ ਇਨਵੈਸਟੀਗੇਸ਼ਨ 2007 ਤੋਂ ਸ਼ੁਰੂ ਹੋਈ ਸੀ ਜਦੋਂ ਪੋਸ਼ਾਕ ਵਾਲਾ ਮਸਲਾ ਉੱਠਿਆ ਸੀ ਯੈਸ ਕਿ ਸਰਸੇ ਵਾਲੇ ਸਾਧ ਨੂੰ ਪੋਸ਼ਾਕ ਦਿੱਤੀ ਗਈ। ਕਿਉਂਕਿ ਉਹ ਮੁਕੱਦਮਾ ਜੋ 2007 ਦੇ ਵਿੱਚ ਦਰਜ ਹੋਇਆ ਸੀ 2012 ਅਸੈਂਬਲੀ ਇਲੈਕਸ਼ਨ ਤੋਂ ਜਸਟ ਪਹਿਲਾਂ, ਮੈਂ ਤੁਹਾਨੂੰ ਡੇਟ ਵੀ ਦੱਸ ਦੇਣਾ ਹਾਂ, 30 ਜਨਵਰੀ ਨੂੰ 2012 ਦੇ ਵਿੱਚ ਇਲੈਕਸ਼ਨ ਸੀਗਾ ਤੇ 25 ਜਨਵਰੀ ਨੂੰ ਮੁਕੱਦਮਾ ਕੈਂਸਲ ਕੀਤਾ ਗਿਆ ਸੀ। ਉਦੋਂ ਸਰਕਾਰ ਕਿਸ ਦੀ ਸੀਗੀ, ਡਿਪਟੀ ਸੀਐਮ ਕੌਣ ਸੀਗੇ, ਹੋਮ ਮਿਨਿਸਟਰ ਕੌਣ ਸੀਗੇ, ਚੀਫ ਮਿਨਿਸਟਰ ਕੌਣ ਸੀਗੇ, ਤੁਹਾਨੂੰ ਪਤਾ ਹੈ, ਦੋਸ਼ੀ ਪਰਿਵਾਰ ਦੇ ਲੋਕ ਸੀਗੇ ਔਰ ਇਹਨਾਂ ਦਾ ਦੋਸ਼ ਹੀ 2007 ਤੋਂ ਲੈ ਕੇ ਹੁਣ ਤੱਕ ਉਹਦੇ ਵਿੱਚ ਹੈ। ਇਸ ਕਰਕੇ ਉਹ ਰਿਪੋਰਟ ਇਹਨਾਂ ਨੇ ਖਾਰਿਜ ਕਰਵਾ ਦਿੱਤਾ ਔਰ ਕੈਪਟਨ ਸਾਹਿਬ ਦੀ ਖਾਸ ਕਰਕੇ ਜਾਂ ਉਹਨਾਂ ਦੀ ਜਿਹੜੀ ਟੀਮ ਸੀਗੀ ਉਹਨਾਂ ਦੇ ਨਾਲ ਇਹਨਾਂ ਦੀ ਮਿਲੀਭਗਤ ਹੋ ਗਈ। ਕੁਬਰ ਜੀ, ਜਿਹੜੀ ਹੁਣ 23 ਤਰੀਕ ਨੂੰ ਨੋਟਿਸ ਜਾਰੀ ਕੀਤਾ ਇਹਨਾਂ ਨੇ ਕਿ 23 ਤਰੀਕ ਨੂੰ ਆਪਣਾ ਪੱਖ ਤੁਸੀਂ ਅਦਾਲਤ ਦੇ ਵਿੱਚ ਰੱਖਣਾ, ਕੀ ਤੁਸੀਂ ਖੁਦ ਐਡਵੋਕੇਟ ਹੋ, ਕੀ ਕਾਨੂੰਨੀ ਨੁਕਤੇ ਜਿਹੜੇ ਰਹਿ ਸਕਦੇ ਆ, ਜਿਹੜੇ ਦੋਸ਼ੀ ਆ ਹਾਈ ਕੋਰਟ ਦਾ ਰੁਖ ਵੀ ਕਰ ਸਕਦੇ? ਦੇਖੋ, ਮੈਂ ਇਸ ਬਾਰੇ ਕੁਝ ਨਹੀਂ ਕਹਾਂਗਾ। ਕੋਰਟ ਦੇ ਵਿੱਚ ਕੀ ਹੋਣਾ ਹੈ ਉਹਦੇ ਬਾਰੇ ਮਤਲਬ ਅਸੀਂ ਕਾਨੂੰਨੀ ਨੁਕਤੇ ਕੀ ਹੈ ਇਹਦੇ ਵਿੱਚ ਕਿ ਕਾਨੂੰਨ ਦੀ ਤੌਰ ਤੇ ਬਚ ਕਿਵੇਂ ਸਕਦੇ, ਬਚ ਸਕਦੇ ਕਾਨੂੰਨੀ ਤੌਰ ਤੇ? ਕਾਨੂੰਨੀ ਤੌਰ ਤੇ ਗੱਲ ਨਹੀਂ ਕਰਾਂਗਾ ਕਿਉਂਕਿ ਮੈਂ ਪੁਲਿਸ ਅਫਸਰ ਵੀ ਰਿਹਾ ਹਾਂ, ਮੈਂ ਇਨਵੈਸਟੀਗੇਸ਼ਨ ਵੀ ਕੀਤੀ ਹੋਈ ਹੈ। ਇਸ ਕਰਕੇ ਜੇਕਰ ਮੈਂ ਸਿਰਫ ਵਕੀਲ ਹੁੰਦਾ ਤਾਂ ਮੈਂ ਬੋਲ ਸਕਦਾ ਸੀ। ਮੈਂ ਅੱਜ ਐਮਐਲਏ ਵੀ ਹਾਂ ਔਰ ਰੂਲਿੰਗ ਪਾਰਟੀ ਦਾ ਐਮਐਲਏ ਹਾਂ। ਇਸ ਕਰਕੇ ਕੋਰਟ ਨੇ ਕੀ ਰੁਖ ਲੈਣਾ ਹੈ ਉਹ ਅੱਜ ਮਤਲਬ ਤੁਸੀਂ ਮੈਨੂੰ ਨਹੀਂ ਬੁਲਾਓ, ਜਦੋਂ ਅਦਾਲਤ ਇਹਦੇ ਉੱਤੇ ਸੰਗਿਆਨ ਲੈ ਲੂਗੀ, ਕੋਗਨੀਜੈਂਸ ਲੈ ਲੂਗੀ ਅਦਾਲਤ, ਉਸ ਤੋਂ ਬਾਅਦ ਅਸੀਂ ਜ਼ਰੂਰ ਉਹਦੇ ਉੱਤੇ ਜੋ ਸਾਡਾ ਜੋ ਦਾਇਰਾ ਹੈ ਉਸ ਦਾਇਰੇ ਦੇ ਵਿੱਚ ਰਹਿ ਕੇ ਗੱਲ ਬਾਈਬਲ ਕਲਾਂ ਗੋਲੀकांड ਦੇ ਬਾਰੇ ਵੀ ਤੁਸੀਂ ਮੋਰਚੇ ਨਾਲ ਤੁਹਾਡੀ ਗੱਲਬਾਤ ਹੁੰਦੀ ਰਹਿੰਦੀ ਹੈ, ਤੁਸੀਂ ਜਾਂਦੇ ਵੀ ਉੱਥੇ, ਉਹਨਾਂ ਸੰਤੁਸ਼ਟੀ ਜਤਾਈ ਆ ਸਰਕਾਰ ਦੇ ਇਸ ਫੈਸਲੇ ਤੇ ਹੁਣ ਬਾਈਬਲ ਕਲਾਂ ਗੋਲੀकांड ਦੇ ਵਿੱਚ ਵੀ ਸਰਕਾਰ ਕਹਿ ਰਹੀ ਹੈ ਕਿ ਜਲਦੀ ਚਲਾਨ ਪੇਸ਼ ਕੀਤਾ ਜਾਵੇਗਾ। ਉਧਰ ਸੀਐਮ ਸਾਹਿਬ ਨੇ ਵੀ ਕਿਹਾ, ਤੁਸੀਂ ਕਹਿ ਰਹੇ ਹੋ ਕਿ ਸਰਕਾਰ ਜਿਹੜੀ ਆ, ਸਰਕਾਰ ਨੂੰ ਇਸ ਐਸਆਈਟੀ ਤੇ ਭਰੋਸਾ ਨਹੀਂ ਕਰਨਾ ਚਾਹੀਦਾ। ਅੱਜ ਸੀਐਮ ਸਾਹਿਬ ਨੇ ਪੰਜਾਬ ਵਿਧਾਨ ਸਭਾ ਦੇ ਵਿੱਚ ਕਿਹਾ ਕਿ ਅਸੀਂ ਮੰਗ ਕੀਤੀ ਹੈ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਕਿ ਜਿਹੜੇ ਦੋਸ਼ੀ ਅਜਿਹੀ ਬੇਅਦਬੀ ਕਰਨਗੇ ਫਾਂਸੀ ਦਿੱਤੀ ਜਾਵੇਗੀ। ਉਹਨਾਂ ਕਹਿੰਦੇ ਵੀ ਅਸੀਂ ਜੋ ਪਿਛਲੀਆਂ ਸਰਕਾਰਾਂ ਨਹੀਂ ਕੀਤਾ ਉਹ ਅਸੀਂ ਕੀਤਾ। ਦੇਖੋ, ਤੁਸੀਂ ਬਹਬਲ ਕਲਾਂ ਮੋਰਚੇ ਦੀ ਗੱਲ ਕੀਤੀ ਤੇ ਬਹਬਲ ਕਲਾਂ ਕੇਸ ਦੀ ਗੱਲ ਕੀਤੀ। ਜੋ ਬਹਬਲ ਕਲਾਂ ਦਾ ਕੇਸ ਹੈ ਨਾ, ਉਹ ਰਿਪੋਰਟ ਨਹੀਂ ਕੁਐਸ ਹੋਇਆ ਹੈ ਜੀ। ਬਹਬਲ ਕਲਾਂ ਦੇ ਵਿੱਚ ਵੀ ਅਸੀਂ 4 ਚਲਾਨ ਦੇ ਚੁੱਕੇ ਹਾਂ। ਉਹਦੇ ਵਿੱਚ ਵੀ ਡੀਜੀਪੀ ਸੁਮੇਧ ਸਿੰਘ ਸੈਣੀ, ਪਰਮਰਾਜ ਉਮਰਾ ਨੰਗਲ ਔਰ ਐਸਐਸਪੀ ਚਰਨਜੀਤ ਸਿੰਘ ਤੇ ਹੋਰ ਕਈਆਂ ਦੇ ਖਿਲਾਫ ਚਲਾਨ ਦਾਇਰ ਉਦੋਂ ਅਸੀਂ ਕਰ ਚੁੱਕੇ ਸੀ। ਉਹ ਰਿਪੋਰਟ ਐਜ ਇਟ ਇਜ਼ ਸਾਡੀ ਹੈ ਔਰ ਉਸ ਰਿਪੋਰਟ ਤੋਂ ਇਲਾਵਾ ਮਤਲਬ ਉਸ ਤੋਂ ਉੱਪਰ ਜੇਕਰ ਕੋਈ ਕਾਰਵਾਈ ਬਣਦੀ ਹੈ, ਬੇਸਿਕਲੀ ਦੇਖੋ ਉਹਦੇ ਵਿੱਚ 2 ਤਰੀਕੇ ਦੀ ਕਾਰਵਾਈ ਰਹਿ ਰਹੀ ਹੈ ਜੋ ਕਰਨਾ ਸੀ, ਕਿਉਂਕਿ ਮੈਂ ਰਿਜ਼ਾਈਨ ਕਰ ਦਿੱਤਾ ਸੀ, ਇਸ ਕਰਕੇ ਉਹ ਆਗੇ ਕੇਸ ਨਹੀਂ ਗਿਆ ਔਰ ਉਹਦੇ ਵਿੱਚ ਦੋਸ਼ੀ ਪਰਿਵਾਰ ਦਾ ਰੋਲ ਦੇਖ ਕੇ ਉਹਨਾਂ ਨੂੰ ਚਲਾਨ ਕਰਨਾ ਸੀ ਜੇਕਰ ਉਹਨਾਂ ਦਾ ਰੋਲ ਬਣਦਾ ਹੈ, ਕਿਉਂਕਿ ਜਦੋਂ ਤੱਕ ਅਸੀਂ ਫਾਈਲ ਤੇ ਸਬੂਤ ਮਤਲਬ ਨਹੀਂ ਦੇਖ ਸਕਦੇ ਉਦੋਂ ਤੱਕ ਨਹੀਂ ਬੋਲਣਾ ਚਾਹੀਦਾ ਹੈ। ਤੇ ਨਾਲ ਹੀ ਜੋ ਪਰਮਰਾਜ ਉਮਰਾ ਨੰਗਲ ਦੇ ਨਾਲ ਜੋ ਅਫਸਰ ਆਏ ਸੀਗੇ ਐਸਐਚਓ ਤੇ ਡੀਐਸਪੀ, ਉਹਨਾਂ ਦਾ ਰੋਲ ਚੈੱਕ ਕਰਨਾ ਰਹਿੰਦਾ ਸੀ। ਉਹਨਾਂ ਦੇ ਨਾਲ ਪੁੱਛਗਿੱਛ ਤਾਂ ਹੋ ਗਈ ਸੀ, ਲੇਕਿਨ ਇਹ ਦੇਖਣਾ ਸੀ ਕਿ ਉਹਨਾਂ ਦਾ ਉਹਦੇ ਵਿੱਚ ਰੋਲ ਕੀ ਹੈ ਤੇ ਉਹਨਾਂ ਦਾ ਚਲਾਨ ਕਰਨਾ ਹੈ, ਉਹਨਾਂ ਦੇ ਖਿਲਾਫ ਮਹਕਮਾਨਾ ਕਾਰਵਾਈ ਕਰਨੀ ਹੈ, ਇਹ ਸਾਰਾ ਚੀਜ਼ ਕਰਨਾ ਬਾਕੀ ਸੀ। ਮਤਲਬ ਲੁਧਿਆਣਾ ਦੇ ਪੁਲਿਸ ਅਫਸਰਾਂ ਦਾ ਰੋਲ ਤੇ ਦੋਸ਼ੀ ਪਰਿਵਾਰ ਦਾ ਰੋਲ ਇਹੀ ਉਹਦੇ ਵਿੱਚ ਬਕਾਇਆ ਸੀਗਾ। ਤਾਂ ਉਹਦੇ ਵਿੱਚ ਦੇਖੋ ਜੋ ਸਾਡੇ ਵੱਲੋਂ 4 ਚਲਾਨ ਦਿੱਤੇ ਗਏ ਨੇ, ਉਹਨਾਂ ਦੇ ਆਧਾਰ ਤੇ ਹੀ ਕਾਰਵਾਈ ਅਦਾਲਤ ਦੇ ਵਿੱਚ ਹੋਣੀ ਹੈ ਔਰ ਜੋ ਐਸਆਈਟੀ ਹੈ, ਦੂਸਰੀ ਐਸਆਈਟੀ, ਕਿਉਂਕਿ 2 ਐਸਆਈਟੀਆਂ ਨੇ ਜੀ, ਤਾਂ ਜਿਹੜੀ ਦੂਸਰੀ ਐਸਆਈਟੀ ਹੈ ਬਹਬਲ ਕਲਾਂ ਵਾਲੀ, ਉਸ ਤੋਂ ਆਗੇ ਦੀ ਕਾਰਵਾਈ ਕਰੂਗੀ। ਜੋ ਕੋਟਕਪੂਰਾ ਵਾਲੀ ਐਸਆਈਟੀ ਹੈ, ਕਿਉਂਕਿ ਉਹ ਰਿਪੋਰਟ ਕੁਐਸ ਹੋ ਗਈ ਸੀਗੀ ਕੋਟਕਪੂਰਾ ਵਾਲੀ, ਤਾਂ ਮਤਲਬ ਨਵੇਂ ਸਿਰੋਂ ਉਹਨਾਂ ਨੇ ਇਨਵੈਸਟੀਗੇਸ਼ਨ ਕੀਤਾ ਔਰ ਜੋ ਬਹਬਲ ਕਲਾਂ ਵਾਲਾ ਕੇਸ ਹੈ ਉਹਦੇ ਵਿੱਚ ਜੋ ਹੈ ਨਾ, ਉਹਦੇ ਵਿੱਚ ਫਰਦਰ ਇਨਵੈਸਟੀਗੇਸ਼ਨ ਚੱਲ ਰਿਹਾ ਹੈ, ਉਹ ਦੂਸਰੀ ਐਸਆਈਟੀ ਕਰ ਰਹੀ ਹੈ। ਸੀਐਮ ਦੇ ਐਡਰੈਸ ਨੂੰ ਕਿਵੇਂ ਦੇਖਦੇ ਹੋ? ਜਿੱਦਾਂ ਉਹਨਾਂ ਕਿਹਾ ਕਿ ਤੁਸੀਂ ਸੰਤੁਸ਼ਟੀ ਦੀ ਗੱਲ ਕੀਤੀ, ਸੰਤੁਸ਼ਟੀ ਮੋਰਚੇ ਦੀ ਸੰਤੁਸ਼ਟੀ, ਉਹ ਕੇਸ ਪੱਖੋਂ ਸੰਤੁਸ਼ਟ ਨੇ ਕਿਉਂਕਿ ਜੋ ਸੁਖਰਾਜ ਸਿੰਘ ਨੇ ਉਹਨਾਂ ਦੇ ਪਿਤਾ ਜੀ ਦੀ ਜਿਸ ਕੇਸ ਦੇ ਵਿੱਚ ਡੈਥ ਹੋਈ ਸੀਗੀ, ਉਸ ਕੇਸ ਦੇ ਵਿੱਚ ਤਾਂ ਦੂਸਰੀ ਐਸਆਈਟੀ ਨੇ ਕੁਝ ਕੀਤਾ ਨਹੀਂ ਹੈ ਔਰ ਜੋ ਕੁਝ ਵੀ ਹੋਇਆ ਹੈ ਉਹ ਸਾਡੀ ਵਾਲੀ ਐਸਆਈਟੀ ਨੇ ਹੀ ਕੀਤਾ ਹੈ। ਉਸ ਰਿਪੋਰਟ ਨੂੰ ਵੀ ਕੁਐਸ ਕਰਾਉਣ ਵਾਸਤੇ ਦੋਸ਼ੀਆਂ ਵੱਲੋਂ ਮਾਨਯੋਗ ਹਾਈ ਕੋਰਟ ਦੇ ਵਿੱਚ ਰਿਟ ਕੀਤੀ ਗਈ ਸੀ, ਲੇਕਿਨ ਤੁਸੀਂ ਦੇਖੋਗੇ 4 ਜੁਲਾਈ 2022 ਨੂੰ ਜੋ ਫੈਸਲਾ ਆਇਆ ਮਾਨਯੋਗ ਹਾਈ ਕੋਰਟ ਦਾ, ਜਿਹਦੇ ਵਿੱਚ ਮੈਂ ਨਿੱਜੀ ਤੌਰ ਤੇ ਮਤਲਬ ਉਹਦੇ ਵਿੱਚ ਪਾਰਟੀ ਬਣ ਕੇ ਆਪਣਾ ਐਡਵੋਕੇਟ ਖੜਾ ਕਰਾ ਕੇ ਮੈਂ ਉਹਦੇ ਵਿੱਚ ਆਰਗੂਮੈਂਟ ਅਸੀਂ ਕਰਕੇ ਉਸ ਕੇਸ ਨੂੰ ਬਚਾਇਆ ਸੀ ਜੀ।
ਹੁਣ ਤੁਸੀਂ ਸੰਤੁਸ਼ਟੀ ਦੀ ਗੱਲ ਕਰ ਰਹੇ ਹੋ, ਮੈਨੂੰ ਨਹੀਂ ਪਤਾ ਹੈ ਕਿ ਉਹ ਕਿਸ ਤਰ੍ਹਾਂ ਸੰਤੁਸ਼ਟ ਨੇ। ਮੈਂ ਇਹ ਵੀ ਨਹੀਂ ਕਹਾਂਗਾ ਰੂਲਿੰਗ ਪਾਰਟੀ ਦਾ ਐਮਐਲਏ ਹੁੰਦੇ ਹੋਏ ਕਿ ਕੋਈ ਮੋਰਚਾ ਚੱਲਦਾ ਰਹੇ ਸਰਕਾਰ ਦੇ ਖਿਲਾਫ, ਲੇਕਿਨ ਇਹ ਮੋਰਚਾ ਚੁੱਕੀ ਮੇਰੇ ਹਿਸਾਬ ਦੇ ਨਾਲ ਦਸੰਬਰ ਮਹੀਨਾ 2021 ਤੋਂ ਹੀ ਚੱਲ ਰਿਹਾ ਹੈ, ਸ਼ਾਇਦ 16 ਦਸੰਬਰ ਨਹੀਂ 16 ਮਤਲਬ 16 ਦਸੰਬਰ 2021 ਤੋਂ ਚੱਲ ਰਿਹਾ ਹੈ, ਕਿਉਂਕਿ ਉਦੋਂ ਕਾਂਗਰਸ ਦੀ ਸਰਕਾਰ ਸੀਗੀ, ਉਦੋਂ ਇਹ ਮੋਰਚਾ ਸ਼ੁਰੂ ਹੋਇਆ ਸੀ। ਤੇ ਚਲੋ ਇਹ ਮੋਰਚਾ ਚੱਲ ਰਿਹਾ ਸੀ ਜਾਂ ਹੁਣ ਵੀ ਚੱਲ ਰਿਹਾ ਹੈ, ਠੀਕ ਹੈ, ਉਹਨਾਂ ਨੇ ਸੰਤੁਸ਼ਟੀ ਜ਼ਾਹਿਰ ਕੀਤੀ ਹੈ, ਉਹਦੇ ਬਾਰੇ ਮੈਂ ਟਿੱਪਣੀ ਨਹੀਂ ਕਰ ਸਕਦਾ ਹਾਂ। ਲੇਕਿਨ ਨਾ ਸੁਣੋ, ਲੇਕਿਨ ਥੋੜੀ ਸੰਤੁਸ਼ਟੀ ਤਾਂ ਮੈਨੂੰ ਵੀ ਹੈ ਨਾ ਜੀ, ਕਿਉਂਕਿ ਉਹਦੇ ਵਿੱਚ ਅੜਚਨ ਕੀ ਸੀਗਾ, ਦੋਸ਼ੀ ਪਰਿਵਾਰ ਦਾ ਦੋਸ਼ ਹੈ ਕਿ ਨਹੀਂ। ਮੇਰੀ ਰਿਪੋਰਟ ਦੇ ਵਿੱਚ, ਮੇਰੇ ਚਲਾਨ ਦੇ ਵਿੱਚ ਤੁਸੀਂ ਥਾਂ ਥਾਂ 'ਤੇ ਦੋਸ਼ੀ ਪਰਿਵਾਰ ਦਾ ਨਾਂ ਦੇਖੋਗੇ। आज एटलीस्ट दोषी परिवार का ਨਾਂ आ गया, नामजद हो गए, चलान हो गया। इट मीन्स कि जो साडा स्टैंड सी वो स्टैंड SIT ने भी ऑथेंटिकेट किया। इट मीन्स कि डिस्प्यूट की सीगा, लोग ये कहते कि तुसी दोषी परिवार ਨੂੰ ਨਜਾਇਜ਼ ਫਸਾ ਰਹੇ ਹੋ। आज दोषी परिवार मतलब SIT ਦੀ ਰਿਪੋਰਟ ਦੇ ਵਿੱਚ ਵੀ ਦੋਸ਼ੀ ਠਹਿਰਾਇਆ ਜਾ ਚੁੱਕਿਆ ਹੈ। ਦੋਸ਼ੀ ਵੈਸੇ ਅਦਾਲਤ ਦੇ ਵਿੱਚ ਮਤਲਬ ਉਹ ਹੋਣਾ ਹੈ, ਲੇਕਿਨ ਚਲਾਨ ਤਾਂ ਹੋ ਗਿਆ ਇਹਨਾਂ ਦੇ ਖਿਲਾਫ, ਫਰਦਰ ਇਨਵੈਸਟੀਗੇਸ਼ਨ ਇਹਨਾਂ ਦੇ ਖਿਲਾਫ ਚੱਲ ਰਹੀ ਹੈ। ਤਾਂ ਥੋੜੀ ਸੰਤੁਸ਼ਟੀ ਮੈਨੂੰ ਵੀ ਹੈ ਕਿ ਜਿਸ ਕਰਕੇ ਰਿਪੋਰਟ ਖਾਰਿਜ ਕਰਵਾਈ ਗਈ, ਜਿਸ ਕਰਕੇ ਮੈਨੂੰ ਰਿਜ਼ਾਈਨ ਕਰਨਾ ਪਿਆ, ਉਹ ਸਟੈਂਡ ਜੋ ਮੇਰਾ ਸੀਗਾ ਉਹ ਸਟੈਂਡ SIT ਨੇ ਵੀ ਵੈਲੀਡੇਟ ਕੀਤਾ ਹੋਇਆ ਹੈ। ਉਸ ਤਰੀਕੇ ਦੇ ਨਾਲ ਜੇਕਰ ਕਹੋ ਤਾਂ ਥੋੜੀ ਸੰਤੁਸ਼ਟੀ ਮੈਨੂੰ ਵੀ ਹੈ, ਲੇਕਿਨ ਮੈਨੂੰ ਉਦੋਂ ਸੰਤੁਸ਼ਟੀ ਹੋਊਗੀ ਜਦੋਂ ਪੰਜਾਬ ਦੇ ਆਵਾਮ ਨੂੰ ਸੰਤੁਸ਼ਟੀ ਹੋਊਗੀ। ਕੁਵਰ ਜੀ, ਇੱਕ ਸੁਹੇਲ ਬਰਾੜ ਦਾ ਨਾਮ ਸਾਹਮਣੇ ਆਉਂਦਾ, ਫਾਲਸ ਫਾਇਰਿੰਗ ਦਾ ਸਾਹਮਣੇ ਆਉਂਦਾ, ਇਹ ਬਾਈਬਲ ਕਲਾਂ ਨਾਲ ਜੁੜਦਾ ਮਾਮਲਾ ਕਿ ਕੋਟਕਪੂਰਾ ਗੋਲੀकांड ਨਾਲ ਜੁੜਦਾ ਹੈ? ਦੇਖੋ, ਇਹ ਬਾਈਬਲ ਕਲਾਂ ਜਿਹੜਾ ਕੇਸ ਸੀਗਾ ਨਾ ਉਹਦੇ ਨਾਲ ਜੁੜਦਾ ਹੋਇਆ ਮਸਲਾ ਹੈ, ਔਰ ਅਸੀਂ ਚਲਾਨ ਦੇ ਵਿੱਚ ਸੁਹੇਲ ਬਰਾੜ ਦਾ ਜਾਂ ਬੰਸਲ ਦਾ ਉਹਨਾਂ ਦਾ ਅਸੀਂ ਨਾਂ ਦੇ ਚੁੱਕੇ ਹਾਂ, ਠੀਕ ਹੈ ਨਾ, ਉਹਨਾਂ ਦੇ ਖਿਲਾਫ ਚਲਾਨ ਹੋ ਗਿਆ ਹੈ। ਮੈਂ ਬਹੁਤੇ ਡਿਟੇਲ ਦੇ ਵਿੱਚ ਇਸ ਕਰਕੇ ਨਹੀਂ ਕਹਾਂਗਾ, ਕਿਉਂਕਿ ਦੇਖੋ ਸੁਹੇਲ ਬਰਾੜ ਦੇ ਫਾਰਮ ਹਾਊਸ 'ਤੇ ਇੱਕ ਜਿਪਸੀ, ਸਰਕਾਰੀ ਜਿਪਸੀ ਨੂੰ ਲਿਆ ਕੇ ਉਹਦੇ ਉੱਤੇ ਫਾਇਰ ਮਾਰਿਆ ਗਿਆ ਸੀ, ਫਾਲਸ ਡਿਫੈਂਸ ਤਿਆਰ ਕਰਨ ਵਾਸਤੇ। ਇਹ ਉਹਦੇ ਵਿੱਚ ਦਰਸਾਇਆ ਗਿਆ ਸੀ ਕਿ ਜਿਪਸੀ 'ਤੇ ਫਾਇਰ ਕੀਤਾ, ਮੁਲਾਜ਼ਮਾਂ 'ਤੇ ਫਾਇਰ ਕੀਤਾ, ਤਾਂ ਮਤਲਬ ਪੁਲਿਸ ਨੇ ਬਾਬਲ ਕਲਾਂ ਦੇ ਵਿੱਚ ਫਾਇਰਿੰਗ ਕੀਤੀ। ਇਸ ਤਰ੍ਹਾਂ ਹੋਇਆ ਨਹੀਂ ਸੀ। ਇਹ ਸਾਮੀ ਜਿਪਸੀ ਉੱਥੇ ਲਿਆ ਕੇ, ਉਹ ਵੀ ਮੋਗਾ ਤੋਂ ਲਿਆ ਕੇ ਨਵੀਂ ਜਿਪਸੀ ਪੁਲਿਸ ਦੀ, ਉਹਦੇ ਉੱਤੇ ਫਾਇਰ ਕੀਤਾ ਗਿਆ ਸੀ। ਅਤੇ ਸਾਡੀ ਟੀਮ ਦੇ ਹੀ ਪ੍ਰਬੋਧ ਕੁਮਾਰ ਜੀ ਹੁੰਦੇ ਸੀ, ਉਹਨਾਂ ਨੇ ਮਤਲਬ ਉਹਨਾਂ ਨੂੰ ਗਵਾਹ ਰੱਖ ਲਿਆ ਸੀ। ਲੇਕਿਨ ਜਦੋਂ ਕੇਸ ਮੇਰੇ ਕੋਲ ਆਇਆ, ਮੈਂ ਕਿਹਾ ਕਿ ਨਹੀਂ ਜੀ, ਜਿਸ ਵਿਅਕਤੀ ਦੇ ਮਤਲਬ ਫਾਰਮ ਹਾਊਸ 'ਤੇ ਫਾਇਰਿੰਗ ਹੋਈ ਹੈ ਔਰ ਜਿਸ ਵਿਅਕਤੀ ਨੇ ਖੁਦ ਫਾਇਰਿੰਗ ਕੀਤੀ ਹੈ, ਉਹ ਜੋ ਪੰਕਜ ਬੰਸਲ ਸੀਗਾ, ਉਹਦਾ ਗਨ ਆਇਆ ਹੋਇਆ ਸੀ, ਨਾਲ ਹੀ ਬੰਦੂਕ ਸੀ, ਡਬਲ ਬੈਰਲ ਬੰਦੂਕ, ਅਤੇ ਜਿਸ ਦੀ ਗਨ ਸੀਗੀ ਅਤੇ ਜਿਸ ਦੇ ਫਾਰਮ ਹਾਊਸ 'ਤੇ ਫਾਇਰਿੰਗ ਹੋਈ ਸੀਗੀ, ਉਹਨਾਂ ਨੂੰ ਅਸੀਂ ਦੋਸ਼ੀ ਬਣਾਇਆ, ਗ੍ਰਿਫਤਾਰ ਕਰਕੇ ਉਹਨਾਂ ਦਾ ਚਲਾਨ ਦਿੱਤਾ ਜੀ। ਕੁਵਰ ਜੀ, ਹੁਣ ਥੋੜਾ ਬਜਟ 'ਤੇ ਵੀ ਗੱਲ ਕਰ ਲੈਂਦੇ ਹਾਂ ਕਿ ਇਸ ਬਜਟ ਦੇ ਵਿੱਚ ਜਿਹੜਾ ਵਾ ਉਹ ਖਾਸ ਕੀ ਰਹਿਣ ਵਾਲਾ ਇਸ ਵਾਰ, ਕਿਹੜੀਆਂ ਅੰਮ੍ਰਿਤਸਰ ਦੀਆਂ ਜਿਹੜੀਆਂ ਤੁਸੀਂ ਮੰਗਾਂ ਲੈ ਕੇ ਇੱਥੇ ਬਜਟ ਦੇ ਵਿੱਚ ਗੱਲਬਾਤ ਕਰੋਗੇ? देखो, बजट 10 तारीख ਨੂੰ पेश होना है, मानयोग वित्त मंत्री साहब ने पेश करना है। और बजट ਦੇ ਬਾਰੇ ਇਹੀ ਕਿਹਾ ਜਾਂਦਾ ਹੈ ਕਿ ਕਿਸੇ ਨੂੰ ਕਾਨੋ-ਕਾਨ ਕੋਈ ਜਾਣਕਾਰੀ ਨਹੀਂ ਹੁੰਦੀ ਹੈ, ਲੇਕਿਨ ਜੋ ਮਤਲਬ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਪਾਲਿਸੀ ਹੈ, ਬਜਟ ਬਹੁਤ ਹੀ ਪ੍ਰੋਗਰੈਸਿਵ ਹੋਣਾ ਹੈ ਔਰ ਲੋਕ ਪੱਖੀ ਹੋਣਾ ਹੈ। ਇਹ ਚੀਜ਼ ਮੈਂ ਜ਼ਰੂਰ ਕਹਾਂਗਾ। ਨਾਲ ਹੀ ਤੁਸੀਂ ਦੇਖੋਗੇ ਕਿ ਜੋ ਮਾਨਯੋਗ ਗਵਰਨਰ ਸਾਹਿਬ ਦਾ ਐਡਰੈਸ ਸੀ 3 ਤਾਰੀਖ ਨੂੰ, ਜੋ ਉਹਨਾਂ ਨੇ ਪੰਜਾਬ ਵਿਧਾਨ ਸਭਾ ਦੇ ਵਿੱਚ ਐਡਰੈਸ ਕੀਤਾ ਸੀ, ਆਪਣਾ ਭਾਸ਼ਣ ਉਹਨਾਂ ਨੇ ਦਿੱਤਾ ਸੀ, ਉਹਦੇ ਵਿੱਚ ਸਰਕਾਰ ਦੀ ਪਿਛਲੇ ਸਾਲ ਦੀ ਕਾਰਗੁਜ਼ਾਰੀ ਅਤੇ ਆਉਣ ਵਾਲੇ ਸਮਾਂ ਦੇ ਵਿੱਚ ਜੋ ਪ੍ਰਾਇਰਿਟੀ ਹੈ, ਇਹ ਸਾਰਾ ਕੁਝ ਵਿਸਤਾਰਪੂਰਵਕ ਉਹਦੇ ਵਿੱਚ ਉਹਨਾਂ ਨੇ ਦਿੱਤਾ ਹੋਇਆ ਹੈ। ਮੈਂ ਵੀ 10-11 ਮਿੰਟ ਉਹਦੇ ਉੱਤੇ ਗੱਲ ਕੀਤੀ ਸੀ ਕੱਲ੍ਹ ਪੰਜਾਬ ਅਸੈਂਬਲੀ ਦੇ ਵਿੱਚ। ਤਾਂ ਮਿਲਾ ਜੁਲਾ ਕੇ ਤੁਸੀਂ ਇਹੀ ਕਹੋ ਕਿ ਇਸ ਸਰਕਾਰ ਨੇ ਮਤਲਬ ਲੋਕ ਪੱਖੀ ਕੰਮ ਕਰਨਾ ਹੈ। ਜੋ ਅਸੀਂ ਨਾਅਰਾ ਦੇ ਕੇ ਆਏ ਸੀ ਕਿ ਜਨਤਾ ਦੀ ਸਰਕਾਰ ਹੋਊਗੀ, ਤਾਂ ਸਹੀ ਮਾਇਨੇ ਦੇ ਵਿੱਚ ਇਹ ਆਵਾਮ ਦੀ ਸਰਕਾਰ ਹੈ ਔਰ ਲੋਕ ਪੱਖੀ ਹੀ ਕੰਮ ਕਰਨਾ ਹੈ ਜੀ। ਸੀਐਮ ਮਾਨ ਨੇ ਅੱਜ ਕਿਹਾ ਕਿ ਜੋ ਅਸੀਂ ਕੀਤਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਲਈ, ਉਹ ਕਿਸੇ ਨੇ ਨਹੀਂ ਕੀਤਾ। ਪਰ ਤੁਸੀਂ ਕਹਿੰਦੇ ਹੋ ਕਿ ਸਿੱਖਾਂ ਨੂੰ ਜਿਹੜਾ ਸਿੱਖ ਇਨਸਾਫ ਚਾਹੁੰਦੇ ਨੇ ਉਹ ਕਦੇ ਵੀ ਨਹੀਂ ਮਿਲੇਗਾ, ਕਿ ਨਹੀਂ ਮਿਲੇਗਾ ਇਨਸਾਫ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ? ਦੇਖੋ, ਸੀਐਮ ਸਾਹਿਬ ਨੇ ਜੋ ਕੁਝ ਵੀ ਕਿਹਾ ਹੈ, ਮੈਂ ਉਹਦੇ ਉੱਤੇ ਟਿੱਪਣੀ ਨਹੀਂ ਕਰਦਾ ਹਾਂ, ਲੇਕਿਨ ਜੋ ਮੈਂ ਕਹਿ ਚੁੱਕਿਆ ਹਾਂ ਅਸੈਂਬਲੀ ਦੇ ਵਿੱਚ, ਕੱਲ੍ਹ ਵੀ ਮੈਂ ਗੱਲ ਕਹੀ ਹੈ, ਔਰ ਪਿੱਛੇ ਜਿਹੜਾ ਸਪੈਸ਼ਲ ਸੈਸ਼ਨ ਹੋਇਆ ਸੀ ਸਤੰਬਰ ਮਹੀਨੇ ਦੇ ਵਿੱਚ,
ਉਦੋਂ ਵੀ ਮੈਂ ਗੱਲ ਕੀਤੀ ਸੀ ਤੇ ਬਹਬਲ ਕਲਾਂ ਮੋਰਚੇ ਤੇ 14 ਅਕਤੂਬਰ ਨੂੰ ਜੋ ਮੈਂ ਗੱਲ ਕੀਤੀ ਸੀ, ਮੈਂ ਉਸ ਆਪਣੇ ਸਟੈਂਡ ਤੇ ਕਾਇਮ ਹਾਂ। ਔਰ ਤੁਸੀਂ ਦੇਖਣਾ, ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਕਿ ਤੁਸੀਂ ਵੀ ਇੱਥੇ, ਮੈਂ ਵੀ ਇੱਥੇ ਹਾਂ ਜੀ, ਆਵਾਮ ਵੀ ਇੱਥੇ ਹੈ, ਤੇ ਜੋ ਹੋਣਾ ਹੈ ਉਹ ਤੁਹਾਨੂੰ ਹੌਲੀ ਹੌਲੀ ਪਤਾ ਲੱਗ ਵਿਰੋਧੀ ਧਿਰਾਂ ਨੇ ਵੀ ਕਿਹਾ, ਕਹਿੰਦੇ ਰੂਲਿੰਗ ਪਾਰਟੀ ਦੇ ਐਮਐਲਏ ਕਹਿ ਰਹੇ ਨੇ ਕਿ ਬੇਅਦਬੀ ਦੇ ਉੱਤੇ ਬਹਿਸ ਕਰਾਈ ਜਾਵੇ, ਕਿਉਂ ਨਹੀਂ ਕਰਵਾ ਰਹੀ ਸਰਕਾਰ? ਨਹੀਂ ਚਲੋ, ਉਹ ਤਾਂ ਮੈਂ 30 ਜੂਨ ਨੂੰ ਕਿਹਾ ਸੀ ਬਹਿਸ ਕਰਾਉਣ ਵਾਸਤੇ। 30 ਜੂਨ ਨੂੰ ਜੋ ਪਿਛਲਾ ਬਜਟ ਸੈਸ਼ਨ ਸੀਗਾ ਉਦੋਂ ਮੈਂ ਕਿਹਾ ਸੀ। ਚਲੋ ਮੈਨੂੰ ਮੌਕਾ ਨਹੀਂ ਮਿਲਿਆ ਜਾਂ ਉਹਦੇ ਉੱਤੇ ਡਿਬੇਟ ਨਹੀਂ ਹੋਇਆ, ਉਹ ਵੱਖਰੀ ਗੱਲ ਹੈ। ਲੇਕਿਨ ਮੈਂ ਇਹੀ ਕਹਾਂ ਕਿ ਓਪੋਜੀਸ਼ਨ ਦਾ ਕੰਮ ਹੈ, ਓਪੋਜੀਸ਼ਨ ਦਾ ਕੰਮ ਹੈ ਅਪੋਜ਼ ਕਰਨਾ, ਤਾਂ ਉਹ ਆਪਣਾ ਕੰਮ ਤੁਹਾਨੂੰ ਤਾਂ ਸਲਾਹ ਰਹੇ ਨੇ, ਉਹ ਕਹਿੰਦੇ ਕੁੰਵਰ ਵਿਜੇ ਪ੍ਰਤਾਪ ਬੇਅਦਬੀ ਦੇ ਮਾਮਲੇ ਦੇ ਉੱਤੇ ਉਹਨਾਂ ਨੂੰ ਬਹਿਸ ਕਰਨ ਦਾ ਮੌਕਾ ਦਿੱਤਾ ਜਾਵੇ। ਮੇਰੀ ਗੱਲ ਸੁਣੋ, ਉਹ ਵੀ ਆਪਣੀ ਥਾਂ 'ਤੇ ਠੀਕ ਨੇ ਕਿਉਂਕਿ ਉਹ ਓਪੋਜੀਸ਼ਨ ਦੇ ਨੇ। ਜੇਕਰ ਮੈਂ ਬਹਿਸ ਕਰਦਾ ਹਾਂ, ਮੈਨੂੰ ਤਾਂ ਦੇਖੋ, ਕਿਉਂਕਿ ਜੋ SIT ਬਣੀ ਸੀ ਨਾ ਸਾਡੀ ਵਾਲੀ, ਜਿਸ ਦੀ ਰਿਪੋਰਟ ਕੁਐਸ ਹੋਈ, ਮੈਨੇ ਆਧੀ ਰਿਪੋਰਟ ਕੁਐਸ ਹੋ ਗਈ, ਉਹ ਪੰਜਾਬ ਵਿਧਾਨ ਸਭਾ ਦੇ ਵਿੱਚ 2018 ਦੇ ਵਿੱਚ 28 ਸਤੰਬਰ ਨੂੰ ਇੱਕ ਪੂਰੇ ਦਿਨ ਦਾ ਸਪੈਸ਼ਲ ਸੈਸ਼ਨ ਸੀਗਾ, ਉਦੋਂ ਬਹਿਸ ਹੋਈ ਸੀ ਔਰ ਉਸ ਦਿਨ ਹੀ ਇਹ SIT ਬਣਾਉਣ ਦਾ ਫੈਸਲਾ ਲਿਆ ਗਿਆ ਸੀ। ਔਰ ਉਸ ਫੈਸਲੇ ਦੇ ਤਹਿਤ, ਵਿਧਾਨ ਸਭਾ ਦੇ ਮਤੇ ਦੇ ਤਹਿਤ ਸਾਡੀ ਵਾਲੀ SIT ਬਣੀ ਸੀਗੀ। ਮੈਂ ਵੀ ਤਾਂ ਮਤਲਬ ਰਿਕੁਐਸਟ ਕੀਤੀ ਹੋਈ ਹੈ ਕਿ ਹਾਂ, ਇੱਕ ਪੂਰਾ ਦਿਨ ਰੱਖਿਆ ਜਾਵੇ ਜਾਂ 2 ਦਿਨ ਰੱਖਿਆ ਜਾਵੇ ਔਰ ਮੈਨੂੰ ਖੁੱਲ੍ਹ ਕੇ ਬੋਲਣ ਦਾ ਮੌਕਾ ਦਿੱਤਾ ਜਾਵੇ। ਕਾਰਨ ਦੇਖੋ, ਅਦਾਲਤ ਦੇ ਵਿੱਚ ਕੀ ਹੋਣਾ ਹੈ, 7 ਸਾਲ ਤਾਂ ਹੋ ਗਏ, 7 ਸਾਲ ਬਾਅਦ ਤੁਸੀਂ ਕਿੰਨੇ ਗਵਾਹ ਲੈ ਕੇ ਜਾਓਗੇ? ਅੱਜ ਜੋ ਉਦੋਂ ਗਵਾਹ ਸੀਗੇ, ਅੱਜ ਆਧੇ ਗਵਾਹ ਰਹਿ ਗਏ ਨੇ ਜੀ, ਆਧੇ ਗਵਾਹ ਰਹਿ ਗਏ ਨੇ। ਫਿਰ ਜੋ ਗਵਾਹ ਰਹਿ ਗਏ, ਕਿੰਨੇ ਗਵਾਹ ਜਾ ਕੇ ਅਦਾਲਤ ਦੇ ਵਿੱਚ ਗਵਾਹੀ ਦੇਣਗੇ? ਇੱਕ ਚੀਜ਼ ਹੋਰ ਦੇਖੋ ਕਿ ਜੋ ਬੇਅਦਬੀ ਵਾਲੇ ਕੇਸ ਨੇ, ਫਰੀਦਕੋਟ ਤੋਂ ਚੰਡੀਗੜ੍ਹ ਸ਼ਿਫਟ ਹੋ ਗਿਆ ਉਸ ਦਾ ਟਰਾਇਲ। ਤੇ ਦੇਖੋ, ਜਦੋਂ SIT ਦੇ ਬੁਲਾਉਣ 'ਤੇ ਮਤਲਬ ਹੈਜੀਟੇਟ ਕਰਦੇ ਸੀ ਗਵਾਹ ਫਰੀਦਕੋਟ ਆਉਣ 'ਤੇ, ਤੇ ਮੰਨ ਲਓ ਉਹ ਚੰਡੀਗੜ੍ਹ ਕਿਸ ਤਰ੍ਹਾਂ ਆਉਣਗੇ ਚੱਲ ਕੇ? ਔਰ ਚੰਡੀਗੜ੍ਹ ਆਉਣਾ, ਫਿਰ ਦੋਸ਼ੀਆਂ ਦਾ ਦੇਖੋ, ਦੋਸ਼ੀ ਬਹੁਤ ਹੀ ਪ੍ਰਭਾਵੀ ਕਿਸਮ ਦੇ ਨੇ ਜੀ। ਤੇ ਇਸ ਕਰਕੇ ਮੈਂ ਇਹੀ ਕਹਾਂਗਾ ਕਿ ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ। ਔਰ ਜੋ ਸਾਡੀ ਰਿਪੋਰਟ ਕੁਐਸ ਕਰਵਾਈ ਗਈ ਸੀ, ਜਸਟ ਇੱਕ ਡਿਲੇਇੰਗ ਟੈਕਟਿਸ ਸੀਗਾ ਕਿ ਟਾਈਮ ਲਗਾ ਲਓ। ਜਦੋਂ ਟਾਈਮ ਲੰਘ ਜਾਂਦਾ ਹੈ, ਤੁਸੀਂ ਦੇਖੋ ਸੁਰਜੀਤ ਸਿੰਘ ਵਰਗੇ ਕਈ ਗਵਾਹਾਂ ਦੀ ਡੈਥ ਹੋ ਗਈ, ਬਹੁਤ ਕੁਝ ਹੋਇਆ। ਤੇ ਇਸ ਕਰਕੇ ਇਹ ਕਹਾਵਤ ਹੈ, ਪੁਰਾਣੀ ਕਹਾਵਤ ਹੈ, ਸਾਡੇ ਪੁਰਖਿਆਂ ਨੇ ਸੋਚ ਵਿਚਾਰ ਕੇ ਰੱਖਿਆ ਹੈ ਨਾ ਕਿ ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ। ਡੇਰਾ ਪ੍ਰੇਮੀਆਂ ਨੇ ਵੀ ਕਿਹਾ ਕਿ ਪੰਜਾਬ ਤੋਂ ਬਾਹਰ ਸਾਡੇ ਇਸ ਕੇਸ ਦੇ ਉੱਤੇ ਸੁਣਵਾਈ ਕੀਤੀ ਜਾਵੇ, ਪੰਜਾਬ ਦੇ ਵਿੱਚ ਖਤਰਾ ਸਾਨੂੰ। ਨਹੀਂ ਦੇਖੋ, ਜਿਸਨੇ ਵੀ ਕਿਹਾ, ਜਿਸ ਤਰੀਕੇ ਦੇ ਨਾਲ ਵੀ ਕਿਹਾ, ਲੱਗਦਾ ਇਸ ਕੇਸ ਦੇ ਉੱਤੇ ਇੰਪੈਕਟ ਪਵੇਗਾ ਉਸ ਚੀਜ਼ ਦਾ, ਪੰਜਾਬ ਤੋਂ ਬਾਹਰ ਸੁਣਵਾਈ ਹੋਵੇਗੀ? ਮੈਂ ਇਸ ਦਾ ਜਵਾਬ ਤੁਹਾਨੂੰ ਦੇ ਚੁੱਕਿਆ ਹਾਂ ਇਸ ਚੀਜ਼ ਦਾ। ਔਰ ਮਿਲਾ ਜੁਲਾ ਕੇ ਤੁਸੀਂ ਇੱਕ ਕਹੋਗੇ ਕਿ ਹਾਂ, ਇਹ ਕੇਸ ਡਿਬੇਟ ਮਾਤਰ ਵਾਸਤੇ ਰਹਿ ਜਾਏਗਾ ਜੀ, ਨਹੀਂ ਸਮਝੇ? ਇਸ ਕੇਸ ਦੇ ਉੱਤੇ ਕੇਵਲ ਡਿਬੇਟ ਚੱਲਦਾ ਰਹੇਗਾ। ਤਾਂ ਹੀ ਮੈਂ ਕਿਹਾ, ਇਹ ਡਿਬੇਟ ਕਦੋਂ ਤੱਕ ਚੱਲੇਗਾ? ਆਉਣ ਵਾਲੇ 200 ਸਾਲਾਂ ਤੱਕ ਚੱਲਣਾ ਹੈ ਜੀ ਡਿਬੇਟ। ਧੰਨਵਾਦ ਤੁਹਾਡਾ ਬਹੁਤ ਬਹੁਤ। ਤੇ ਅਸੀਂ ਕੁੰਵਰ ਵਿਜੇ ਪ੍ਰਤਾਪ ਸਿੰਘ, ਜਿਨ੍ਹਾਂ ਨੇ ਸਿੱਧੇ ਤੌਰ ਤੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਗੋਲੀकांड ਨੂੰ ਲੈ ਕੇ ਆਉਣ ਵਾਲੇ ਕਈ ਸਾਲਾਂ ਤੱਕ ਡਿਬੇਟ ਜਿਹੜੀ ਆ ਉਹ ਚੱਲਦੀ ਰਹੇਗੀ। ਪਰ ਉਹਨਾਂ ਨਾਲ ਦੀ ਨਾਲ ਪਿਛਲੇ, ਉਹ ਕਹਿੰਦੇ ਆਪਣੇ ਸਟੈਂਡ ਤੇ ਕਾਇਮ ਆ। ਉਹਨਾਂ ਇਹ ਵੀ ਕਿਹਾ ਸੀ ਕਿ ਜੋ ਸਿੱਖ ਚਾਹੁੰਦੇ ਨੇ, ਜਿਹੜਾ ਇਨਸਾਫ ਸਿੱਖ ਚਾਹੁੰਦੇ ਨੇ, ਉਹ ਇਨਸਾਫ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ, ਗੋਲੀकांड ਦਾ ਕਦੇ ਨਹੀਂ ਮਿਲੇਗਾ। ਕੈਮਰਾਮੈਨ ਬਲਜੀਤ ਦੇ ਨਾਲ ਅੰਤਰਪ੍ਰੀਤ ਸਿੰਘ ਖਹਿਰਾ, ਡੇਲੀ ਪੋਸਟ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ।